हाँ जी सत श्री अकाल सारिਆਂ ਨੂੰ। ਜਿੱਦਾਂ ਕਿ ਤੁਸੀਂ ਬੋਰਡ ਤੇ ਦੇਖ ਸਕਦੇ ਹੋ, ਮੇਰਾ ਨਾਮ ਆਤਿਸ਼ ਭਾਟੀਆ ਹੈ। ਮੈਂ PCS 2020 ਦੇ ਵਿੱਚ ਜਿਹੜਾ ਪੇਪਰ ਹੋਇਆ ਸੀਗਾ ਉਹਦੇ ਵਿੱਚ ਰੈਂਕ 43 ਲਿੱਤਾ ਵਾ ਤੇ ਮੈਨੂੰ DSP ਪੋਸਟ ਐਲੋਕੇਟ ਹੋਈ ਹੈ। ਕਾਫੀ ਟਾਈਮ ਤੋਂ ਜੁਲਾਈ 'ਚ ਸਾਡਾ ਰਿਜ਼ਲਟ ਆਇਆ ਸੀਗਾ ਤੇ ਉਸ ਤੋਂ ਬਾਅਦ ਕਾਫੀ ਵਾਰ ਮੈਨੂੰ ਬੱਚਿਆਂ ਦੇ ਐਸਪੀਰੈਂਟਸ ਦੇ ਫੋਨ ਆਏ, ਮੈਸੇजेस ਆਏ ਜਿਨ੍ਹਾਂ ਨੇ ਮੈਨੂੰ ਪੁੱਛਿਆ ਇਸ ਐਗਜ਼ਾਮ ਦੇ ਬਾਰੇ, ਦੇ ਸਿਲੇਬਸ ਦੇ ਬਾਰੇ ਤੇ ਬਹੁਤ ਸਾਰੀ ਅਦਰ ਕੁਐਰੀਜ਼। ਤੇ ਮੈਂ ਸੋਚਿਆ ਕਿ ਕਿਉਂ ਨਾ ਅਸੀਂ ਇਹਨੂੰ ਵੀਡੀਓਜ਼ ਦੇ ਥਰੂ, ਆਨਲਾਈਨ ਮਾਧਿਅਮ ਦੇ ਥਰੂ ਲੋਕਾਂ ਤੱਕ ਇਹ ਚੀਜ਼ ਨੂੰ ਪਹੁੰਚਾਇਆ ਜਾਵੇ। ਤਾਂ ਇਸ ਲਈ ਅਸੀਂ ਇੱਕ ਵੀਡੀਓ ਸੀਰੀਜ਼ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਮੈਂ ਥੋੜੀ ਵੀਡੀਓਜ਼ ਦੇ ਥਰੂ ਤੁਹਾਡੇ ਸਾਹਮਣੇ ਆਪਣੇ ਥਾਟਸ ਸਾਂਝੇ ਕਰਦਾ ਰਹੂੰਗਾ ਤੇ ਤੁਹਾਨੂੰ ਇਸ ਐਗਜ਼ਾਮ ਦੇ ਉੱਪਰ ਗਾਈਡੈਂਸ ਵੀ ਦਿੰਦਾ ਰਹੂੰਗਾ। ਆਲਸੋ ਮੈਂ ਥੈਂਕਫੁਲ ਹਾਂ EMCC ਐਡਿਊ ਚੈਨਲ ਦਾ, ਜਿਨ੍ਹਾਂ ਨੇ ਮੈਨੂੰ ਇਨਫਰਾਸਟ੍ਰਕਚਰ ਤੇ ਇਹ ਓਪਰਚੁਨਿਟੀ ਦਿੱਤੀ ਤੇ ਇਹ ਮੇਰਾ ਜਿਹੜਾ ਆਈਡੀਆ ਸੀਗਾ ਉਹਨੂੰ ਨਿਖਾਰਨ ਵਾਸਤੇ ਮੈਨੂੰ ਹੈਲਪ ਕੀਤੀ ਹੈ। ਠੀਕ ਹੈ ਜੀ। ਤਾਂ ਇਹ ਪਹਿਲੀ ਵੀਡੀਓ ਹੈ ਸਾਡੀ। ਇਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਜੀ ਪੰਜਾਬ PCS ਹੁੰਦੀ ਕੀ ਚੀਜ਼ ਹੈ, ਐਗਜ਼ਾਮ ਦਾ ਪੈਟਰਨ ਕੀ ਹੈ, ਸਾਨੂੰ ਇਹ ਕਲੀਅਰ ਕਰਨ ਤੋਂ ਬਾਅਦ ਕਿਹੜੀਆਂ ਪੋਸਟਸ ਆਫਰ ਹੁੰਦੀਆਂ ਨੇ ਤੇ ਫਾਈਨਲੀ ਇਹ ਐਗਜ਼ਾਮ ਕਲੀਅਰ ਕਰਨ ਵਾਸਤੇ ਸਾਡੀ ਐਲੀਜੀਬਿਲਿਟੀ ਕੀ ਹੈ। ਠੀਕ ਹੈ ਜੀ। ਇਸ ਤੋਂ ਪਹਿਲਾਂ ਆਪਾਂ ਸਟਾਰਟ ਕਰੀਏ, ਮੈਂ ਥੋੜਾ ਜਿਹਾ ਆਪਣੇ ਬਾਰੇ ਤੁਹਾਨੂੰ ਦੱਸਦਾ। मैं BCM ਸਕੂਲ ਸ਼ਾਸਤਰੀ ਨਗਰ ਲੁਧਿਆਣਾ ਤੋਂ ਆਪਣੀ 10th ਤੇ 12th ਪਾਸ ਆਨ ਕੀਤੀ ਹੈ। ਉਸ ਤੋਂ ਬਾਅਦ ਮੈਂ ਦਿੱਲੀ ਯੂਨੀਵਰਸਿਟੀ SRCC ਕਾਲਜ ਦੇ ਵਿੱਚ ਆਪਣੀ BCom ਆਨਰਸ ਕੀਤੀ। ਫਿਰ ਉਸ ਤੋਂ ਬਾਅਦ ਮੈਨੂੰ ਥੋੜੀ ਬਹੁਤ ਅਕੈਡਮਿਕ ਅਚੀਵਮੈਂਟ ਜਿਹੜੀਆਂ ਉਸ ਜਰਨੀ ਦੇ ਵਿੱਚ ਮਿਲੀਆਂ। CA ਦਾ ਮੈਂ ਐਗਜ਼ਾਮ ਦਿੱਤਾ, ਮੇਰੇ 2 ਸਟੇजेस ਕਲੀਅਰ ਹੋ ਚੁੱਕੇ ਹੈ। CA ਫਾਈਨਲਿਸਟ ਮੈਂ ਸਟੇਜ ਤੇ ਹਾਂ। ਤੇ ਜੇ ਮੈਂ ਹੌਬੀਜ਼ ਦੀ ਗੱਲ ਕਰਾਂ ਤਾਂ ਮੈਨੂੰ ਰੀਡਿੰਗ, ਟੀਚਿੰਗ ਤੇ ਸਪੋਰਟਸ ਖੇਲਣਾ ਪਸੰਦ ਹੈਗਾ। ਚਲੋ ਜੀ, ਹੁਣ ਆਪਾਂ ਆਪਣੇ ਮੁੱਦੇ ਤੇ ਆ ਜਾਂਦੇ ਹਾਂ। ਤਾਂ ਪਹਿਲੀ ਗੱਲ PCS ਐਗਜ਼ਾਮੀਨੇਸ਼ਨ ਦੇ ਬਾਰੇ। ਤਾਂ ਇਹ ਐਗਜ਼ਾਮੀਨੇਸ਼ਨ ਦਾ ਪੂਰਾ ਜੇ ਆਪਾਂ ਨਾਮ ਦੇਖੀਏ ਤਾਂ ਇਹ ਐਗਜ਼ਾਮੀਨੇਸ਼ਨ ਦਾ ਐਕਚੁਅਲ ਪੂਰਾ ਨਾਮ ਹੈ ਪੰਜਾਬ ਸਟੇਟ ਸਿਵਲ ਸਰਵਿਸਿਜ਼ ਕੰਬਾਈਨਡ ਕੰਪੀਟੀਟਿਵ ਐਗਜ਼ਾਮੀਨੇਸ਼ਨ, ਦੈਟ ਇਜ਼ PSC SCCE। ਠੀਕ ਹੈ, ਇਹਨੂੰ ਆਮ ਭਾਸ਼ਾ ਦੇ ਵਿੱਚ ਆਪਾਂ PCS ਵੀ ਕਹਿ ਦਿੰਦੇ ਆ। ਇਹ ਕੰਬਾਈਨਡ ਕੰਪੀਟੀਟਿਵ ਐਗਜ਼ਾਮੀਨੇਸ਼ਨ ਕਿਉਂ ਹੈ ਇਹ ਅੱਗੇ ਅਸੀਂ ਦੇਖਾਂਗੇ, ਕਿਉਂਕਿ ਇਹ ਐਗਜ਼ਾਮ ਕਲੀਅਰ ਕਰਨ ਤੋਂ ਬਾਅਦ ਸਾਨੂੰ ਬਹੁਤ ਸਾਰੀਆਂ ਪੋਸਟਸ ਆਫਰ ਹੁੰਦੀਆਂ ਨੇ। ਸਾਨੂੰ ਸਿਰਫ PCS ਦੀ ਪੋਸਟ ਨਹੀਂ, ਹੋਰ ਵੀ ਬਥੇਰੀਆਂ ਪੋਸਟਸ ਆਫਰ ਹੁੰਦੀਆਂ ਨੇ। ਸੈਕਿੰਡ ਚੀਜ਼, ਇਹ ਐਗਜ਼ਾਮੀਨੇਸ਼ਨ ਕੰਡਕਟ ਕਰਵਾਉਣ ਵਾਲੀ ਬੋਡੀ ਹੈਗੀ ਹੈ PPSC, ਦੈਟ ਇਜ਼ ਪੰਜਾਬ ਪਬਲਿਕ ਸਰਵਿਸ ਕਮਿਸ਼ਨ। ਠੀਕ ਹੈ ਜੀ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜਿਹੜੀ ਹੈ ਇਹ ਬੋਡੀ ਨੂੰ ਕਰਵਾਉਂਦੀ ਹੈ ਤੇ ਇਹ ਬੋਡੀ ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਇਹ ਬੋਡੀ ਦਾ ਨਾਮ ਦਰਜ ਹੈ। ਜਿੱਦਾਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ ਜਾਂ UPSC ਹੈ, ਜਿਹੜੀਆਂ ਕਿ ਕਨਸਟੀਟਿਊਸ਼ਨਲ ਬੋਡੀਜ਼ ਹੈ। ਹੁਣ ਮੈਂ ਬਾਰ-ਬਾਰ ਕਨਸਟੀਟਿਊਸ਼ਨ ਤੇ ਕਿਉਂ ਰੈਫਰੈਂਸ ਕਰ ਰਿਹਾ ਹਾਂ, ਕਿਉਂਕਿ ਇਹ ਚੀਜ਼ ਮੈਂ ਵੀ ਬਹੁਤ ਲੋਕਾਂ ਤੋਂ ਸੁਣੀ ਸੀ, ਐਗਜ਼ਾਮ ਤੋਂ ਪਹਿਲਾਂ ਵੀ, ਐਗਜ਼ਾਮ ਤੋਂ ਬਾਅਦ ਵੀ, ਅਜੇ ਤੱਕ ਮੈਂ ਲੋਕਾਂ ਤੋਂ ਸੁਣ ਰਿਹਾ ਕਿ ਲੋਕੀ ਕਹਿੰਦੇ ਆ ਜੀ ਇਹ ਐਗਜ਼ਾਮ ਕਲੀਅਰ ਕਰਨ ਵਾਸਤੇ ਤਾਂ ਬਹੁਤ ਪਹੁੰਚ ਹੋਣੀ ਚਾਹੀਦੀ ਹੈ, ਇਹਦੇ ਵਾਸਤੇ ਤਾਂ ਰਿਸ਼ਵਤ ਲੱਗਦੀ ਹੈ, ਇਹਦੇ 'ਚ ਤਾਂ ਬਹੁਤ ਚੀਟਿੰਗ ਹੁੰਦੀ ਹੈ। ਪਰ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਦਾ ਤੇ ਆਉਣ ਵਾਲੇ ਯੂਥ ਜਿਹੜੇ ਐਗਜ਼ਾਮ ਦੇਣਾ ਚਾਹਣਗੇ ਉਹਨਾਂ ਵਾਸਤੇ ਕਲੀਅਰ ਕਰਦਾ ਕਿ ਇਹ ਐਗਜ਼ਾਮ ਬਿਲਕੁਲ ਓਨੈਸਟੀ, ਬਿਲਕੁਲ ਇੰਟੈਗਰਿਟੀ ਤੇ ਬਿਲਕੁਲ ਇੰਡੀਪੈਂਡੈਂਟ ਤਰੀਕੇ ਦੇ ਵਿੱਚ ਕਰਵਾਇਆ ਜਾਂਦਾ ਹੈ, ਕਿਉਂਕਿ ਇਹ ਐਗਜ਼ਾਮ ਨੂੰ ਜਿਹੜਾ ਬੋਡੀ ਕੰਡਕਟ ਕਰਾਉਂਦੀ ਹੈ ਉਹ ਕਨਸਟੀਟਿਊਸ਼ਨਲ ਬੋਡੀ ਹੈ। ਇਹ ਬੋਡੀ ਨੂੰ ਹੈਡ ਕਰਨ ਵਾਲੇ ਬਹੁਤ ਹੀ ਐਮੀਨੈਂਟ ਪਰਸਨੈਲਿਟੀਜ਼ ਹੁੰਦੀਆਂ ਨੇ। ਰਿਟਾਇਰਡ IAS ਆਫਿਸਰਸ ਵੀ ਹੁੰਦੇ ਆ, ਕਈ ਵਾਰ ਰਿਟਾਇਰਡ ਆਰਮੀ ਜਨਰਲਸ ਹੁੰਦੇ ਆ, ਸਿਟਿੰਗ IAS ਆਫਿਸਰਸ ਹੁੰਦੇ ਆ, ਕਾਲਜ ਦੇ ਪ੍ਰੋਫੈਸਰਸ ਹੁੰਦੇ ਆ। ਠੀਕ ਹੈ। ਤਾਂ ਬਹੁਤ ਉੱਚ ਦਰਜੇ ਦੇ ਲੋਕੀ ਇਸ ਬੋਡੀ ਦੇ ਵਿੱਚ ਬੈਠੇ ਨੇ ਜਿਹੜੇ ਐਗਜ਼ਾਮ ਨੂੰ ਕੰਡਕਟ ਕਰਾਉਂਦੇ ਨੇ। ਤੇ ਬਿਲੀਵ ਮੀ, ਮੈਂ ਇਹ ਪੂਰਾ ਪ੍ਰੋਸੈਸ ਇਹ ਐਗਜ਼ਾਮ ਦਾ ਪਿਛਲੇ ਸਾਲ ਦੇਖਿਆ ਵੈ। ਬਹੁਤ ਹੀ ਇੰਡੀਪੈਂਡੈਂਟ ਤੇ ਟਰਾਂਸਪੇਰੈਂਟ ਐਗਜ਼ਾਮੀਨੇਸ਼ਨ ਹੈ। ਇਹਦੇ ਵਿੱਚ ਕੋਈ ਵੀ ਇੱਦਾਂ ਦਾ ਮਿਥ ਜੋ ਤੁਸੀਂ ਸੁਣਦੇ ਹੋ ਨਹੀਂ ਹੈ। ਮੈਰਿਟ ਦੇ ਬੇਸ ਤੇ ਸਿਲੈਕਸ਼ਨ ਹੈ, ਤੁਸੀਂ ਮਿਹਨਤ ਕਰੋਗੇ ਤੁਹਾਡਾ ਵੀ ਸਿਲੈਕਸ਼ਨ ਜ਼ਰੂਰ ਹੋ ਜਾਏਗਾ। ਓਕੇ ਜੀ। ਉਸ ਤੋਂ ਬਾਅਦ ਆ ਜਾਂਦੇ ਆ ਸਭ ਤੋਂ ਫੇਵਰੇਟ ਸਲਾਈਡ ਤੇ ਕਿ ਲੋਕੀ ਪੁੱਛਦੇ ਆ ਜੀ ਇਹ ਐਗਜ਼ਾਮ ਕਰਨ ਤੋਂ ਬਾਅਦ ਮੈਨੂੰ ਪੋਸਟ ਕਿਹੜੀ ਮਿਲੂਗੀ, ਹੈ ਨਾ ਜੀ। ਤਾਂ ਤੁਸੀਂ ਬਹੁਤ ਲੋਕਾਂ ਤੋਂ ਸੁਣਿਆ ਹੋਏਗਾ ਜੀ SDM ਬਣ ਜਾਂਦੇ ਆ ਜੀ, DSP ਬਣ ਜਾਂਦੇ ਆ। ਤਾਂ ਇੱਕ ਵਾਰੀ ਆਪਾਂ ਕਲੀਅਰਲੀ ਦੇਖ ਲੈਂਦੇ ਆ ਕਿ ਇਹ ਐਗਜ਼ਾਮ 'ਚ ਸਾਨੂੰ ਪੋਸਟਾਂ ਕਿਹੜੀਆਂ ਮਿਲਦੀਆਂ। ਸਭ ਤੋਂ ਪਹਿਲੀ ਪੋਸਟ ਹੈ ਜੀ ਪੰਜਾਬ ਸਿਵਲ ਸਰਵਿਸਿਜ਼ ਐਗਜ਼ੈਕਟਿਵ ਬ੍ਰਾਂਚ ਦੀ। ਠੀਕ ਹੈ, ਜਿਹਨੂੰ ਕਿ SDM ਦੀ ਪੋਸਟ ਵੀ ਕਿਹਾ ਜਾਂਦਾ ਵੈ, ਸਬ ਡਿਵੀਜ਼ਨਲ ਮੈਜਿਸਟ੍ਰੇਟ। ਇਹ ਪੋਸਟ ਤੋਂ ਹੀ ਐਕਚੁਅਲੀ ਇਹਦਾ ਐਗਜ਼ਾਮ ਦਾ ਨਾਮ ਪੈ ਗਿਆ। ਜਿੱਦਾਂ ਲੋਕੀ UPSC ਦਾ ਸਿਵਲ ਸਰਵਿਸਿਜ਼ ਐਗਜ਼ਾਮ ਨੂੰ ਕਹਿ ਦਿੰਦੇ ਆ ਜੀ ਇਹ IAS ਦਾ ਐਗਜ਼ਾਮ ਹੈ, ਇੱਦਾਂ ਹੀ ਲੋਕੀ ਇਹ ਪੋਸਟ ਦੇ ਨਾਮ ਤੇ ਇਸ ਐਗਜ਼ਾਮ ਨੂੰ ਕਹਿ ਦਿੰਦੇ ਆ ਕਿ ਇਹ PCS ਦਾ ਐਗਜ਼ਾਮ ਹੈ। ਪਰ ਇਹ ਇੱਕ ਵਨ ਆਫ ਦੀ ਪੋਸਟ ਹੈ ਜਿਹੜੀ ਸਾਨੂੰ ਇਹ ਐਗਜ਼ਾਮ ਕਲੀਅਰ ਕਰਨ ਤੋਂ ਬਾਅਦ ਮਿਲਦੀ ਹੈ। ਹੋਰ ਪੋਸਟ ਦੀ ਗੱਲ ਕਰੀਏ ਤਾਂ ਦੂਜੀ ਪੋਸਟ ਆ ਜਾਂਦੀ ਹੈ ਆਪਣੇ ਕੋਲ DSP। ਇਹ ਪੰਜਾਬ ਪੁਲਿਸ ਸਰਵਿਸਿਜ਼ ਦੀ ਪੋਸਟ ਆ ਜਾਂਦੀ ਹੈ ਜਿਹੜੀ ਮੈਨੂੰ ਵੀ ਐਲੋਕੇਟ ਹੋਈ ਹੈ। ਥਰਡ ਆ ਜਾਂਦੀ ਹੈ ਆਪਣੇ ਕੋਲ ਤਹਿਸੀਲਦਾਰ ਦੀ ਪੋਸਟ, ਜਿਹੜੇ ਕਿ ਰੈਵਨਿਊ ਸਰਵਿਸਿਜ਼ ਦੇਖਦੇ ਆ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੀ ਹੈ ਫੂਡ ਸਪਲਾਈ ਤੇ ਕੰਜ਼ਿਊਮਰ ਅਫੇਅਰਸ ਆਫਿਸਰ। ਇਹ ਸਾਡੇ ਪੰਜਾਬ ਦੇ ਵਿੱਚ ਜਿੰਨੀ ਵੀ ਫੂਡ ਸਪਲਾਈ ਹੋ ਰਹੀ ਹੈ ਉਹਨੂੰ ਓਵਰਸੀ ਕਰਦੇ ਆ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਆ ਜਾਂਦੀ ਹੈ BDPO ਦੀ ਪੋਸਟ।
ਜਿਹੜੇ ਕਿ ਪੰਜਾਬ ਦੇ ਵਿੱਚ ਪੰਚਾਇਤ ਨੇ, ਬਲਾਕ ਸਮਿਤੀਜ਼ ਨੇ, ਇਹਨਾਂ ਦੀ ਡਿਵੈਲਪਮੈਂਟ, ਇਹਨਾਂ ਦੇ ਗ੍ਰਾਂਟ, ਇਹ ਸਾਰਿਆਂ ਦੀ ਦੇਖ ਰੇਖ ਵਾਸਤੇ BDPO ਆਫਿਸਰਸ ਆ ਜਾਂਦੇ ਨੇ। ਫਿਰ ਉਸ ਤੋਂ ਬਾਅਦ ਆ ਜਾਂਦੇ ਨੇ ਜੀ ਅਸਿਸਟੈਂਟ ਰਜਿਸਟਰਾਰ ਕੋਆਪਰੇਟਿਵ ਸੁਸਾਇਟੀਜ਼ ਦੇ। ਕੋਆਪਰੇਟਿਵ ਸੁਸਾਇਟੀਜ਼ ਤੁਹਾਨੂੰ ਪਤਾ ਹੀ ਹੋਏਗਾ, ਜਿਹੜੇ ਸੰਗਠਨ ਹੁੰਦੇ ਆ, ਜਿਹੜੇ ਆਪਣੇ ਵੈਲਫੇਅਰ ਵਾਸਤੇ ਕੰਮ ਕਰਦੇ ਆ, ਉਹਨਾਂ ਦੀ ਦੇਖ ਰੇਖ ਵਾਸਤੇ ਇਹ ਆਫਿਸਰਸ ਚੁਣੇ ਜਾਂਦੇ ਆ। ਫਿਰ ਆ ਜਾਂਦੇ ਆ ਜੀ ਆਪਣੇ ਕੋਲ ਲੇਬਰ ਐਂਡ ਕੌਂਸੀਲੀਏਸ਼ਨ ਆਫਿਸਰ, ਜਿਹੜੇ ਫੈਕਟਰੀਆਂ ਦੇ ਵਿੱਚ ਲੇਬਰ ਕੰਮ ਕਰ ਰਹੀ ਹੈ, ਉਹਨਾਂ ਦੀ ਓਵਰਸੀ ਵਾਸਤੇ ਜਿਹੜਾ ਪੰਜਾਬ ਗਵਰਨਮੈਂਟ ਦੇ ਲੇਬਰ ਆਫਿਸਰਸ ਚੁਣੇ ਜਾਂਦੇ ਨੇ। ਫਿਰ ਐਮਪਲੋਇਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ ਆਫਿਸਰਸ, ਪੰਜਾਬ ਦੇ ਵਿੱਚ ਐਮਪਲੋਇਮੈਂਟ ਨੂੰ ਹੋਰ ਜਨਰੇਟ ਕਰਨ ਵਾਸਤੇ, ਉਹਨਾਂ ਦੀ ਟ੍ਰੇਨਿੰਗ ਵਾਸਤੇ ਜਿਹੜੇ ਇੰਸਟੀਟਿਊਸ਼ਨਸ ਨੇ, ਜਿਹੜਾ ਕਿ ਸਾਰਾ ਤਾਮਝਾਮ ਕੀਤਾ ਜਾਂਦਾ ਹੈ, ਉਹਨੂੰ ਦੇਖਣ ਵਾਸਤੇ ਆਫਿਸਰਸ। ਤੇ ਇੱਕ ਆਪਣੇ ਕੋਲ ਆ ਜਾਂਦੇ ਨੇ ਜੇਲ੍ਹ ਦੇ ਡੈਪੂਟੀ ਸੁਪਰੀਡੈਂਡੈਂਟਸ, ਜਿਨ੍ਹਾਂ ਨੂੰ DSJ ਵੀ ਕਿਹਾ ਜਾਂਦਾ ਹੈ। ਜਿੱਦਾਂ ਕਿ DSPs ਪੁਲਿਸ ਲਾਅ ਐਂਡ ਆਰਡਰ ਦੇਖਦੇ ਨੇ, ਇਹ ਜੇਲ੍ਸ ਨੂੰ ਓਵਰਸੀ ਕਰਦੇ ਨੇ ਡੈਪੂਟੀ ਸੁਪਰੀਡੈਂਡੈਂਟ ਆਫ ਜੇਲ੍ਸ। ਇਸ ਤੋਂ ਇਲਾਵਾ ਇੱਕ ETO ਦੀ ਪੋਸਟ ਵੀ ਹੁੰਦੀ ਹੈ, ਐਕਸਾਈਜ਼ ਐਂਡ ਟੈਕਸੇਸ਼ਨ ਆਫਿਸਰਸ। ਇਸ ਵਾਰ ਦੀ ਨੋਟੀਫਿਕੇਸ਼ਨ ਦੇ ਵਿੱਚ ETO ਦੀ ਪੋਸਟਸ ਨਹੀਂ ਸੀਗੀਆਂ, ਪਰ ਇਹ ਵੀ ਪੋਸਟਸ ਜਿਹੜੀਆਂ ਨੇ ਇਸੀ ਐਗਜ਼ਾਮ ਕਲੀਅਰ ਕਰਕੇ ਤੁਹਾਨੂੰ ਮਿਲਦੀਆਂ ਨੇ, ਜਿਹਦੇ ਵਿੱਚ ਤੁਸੀਂ ਟੈਕਸੇਸ਼ਨ ਦੀ ਓਵਰਸੀ ਤੇ ਬਾਕੀ ਸਾਰੀਆਂ ਚੀਜ਼ਾਂ ਦੇਖਦੇ ਹੋ। ਸੋ ਤੁਸੀਂ ਜੇ ਐਗਜ਼ਾਮ ਕਲੀਅਰ ਕਰਦੇ ਹੋ, ਤੁਹਾਡੀ ਰੈਂਕ ਤੇ ਤੁਹਾਡੀ ਪ੍ਰੈਫਰੈਂਸ ਦੇ ਹਿਸਾਬ ਨਾਲ ਇਹਨਾਂ ਦੇ ਵਿੱਚੋਂ ਕੋਈ ਵੀ ਪੋਸਟ ਤੁਹਾਨੂੰ ਆਫਰ ਹੋ ਸਕਦੀ ਹੈ। ਓਕੇ ਜੀ, ਹੁਣ ਆ ਜਾਂਦਾ ਵਾ ਕਿ ਇਹ ਪੋਸਟ ਜਾਂ ਇਹ ਐਗਜ਼ਾਮ ਵਾਸਤੇ ਸਾਨੂੰ ਕੀ ਐਜੂਕੇਸ਼ਨ ਦੇ ਵਿੱਚ ਕਰਨਾ ਪੈਂਦਾ ਵਾ। ਤਾਂ ਸਭ ਤੋਂ ਪਹਿਲੀ ਤੁਹਾਡੇ ਕੋਲ ਰਿਕੁਆਇਰਮੈਂਟ ਹੈ ਕਿ ਜੀ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ, ਯਾਨੀ ਕਿ ਤੁਸੀਂ ਕੋਈ ਵੀ ਬੈਚਲਰੇਟ ਕੀਤੀ ਹੋਣੀ ਚਾਹੀਦੀ ਹੈ। BCom BBA BA B.Ed ਕੋਈ ਵੀ ਹੋ ਸਕਦੀ ਹੈ। ਇਹ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ ਕੋਈ ਵੀ ਰੈਕਗਨਾਈਜ਼ਡ ਯੂਨੀਵਰਸਿਟੀ ਦੀ। ਸੈਕੰਡਲੀ 10th ਦੇ ਐਗਜ਼ਾਮ ਦੇ ਵਿੱਚ ਤੁਹਾਡੇ ਕੋਲ ਪੰਜਾਬੀ ਸਬਜੈਕਟ ਜਿਹੜਾ ਵਾ ਉਹ ਹੋਣਾ ਚਾਹੀਦਾ। ਹੁਣ ਇਹ ਕੰਪਲਸਰੀ ਵੀ ਹੋ ਸਕਦਾ ਹੈ, ਇਲੈਕਟਿਵ ਸਬਜੈਕਟ ਵੀ ਤੁਹਾਡਾ ਹੋ ਸਕਦਾ ਹੈ, ਪਰ ਤੁਹਾਡੇ 10th ਦੀ ਮਾਰਕਸ਼ੀਟ ਤੇ ਪੰਜਾਬੀ ਸਬਜੈਕਟ ਲਿਖਿਆ ਹੋਣਾ ਚਾਹੀਦਾ, ਤੁਸੀਂ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਹੈ। ਬਹੁਤ ਸਾਰੇ ਅੱਜ ਕੱਲ੍ਹ ਸਕੂਲਸ ਦੇ ਵਿੱਚ ਬੜੀ ਸਾਰੀ ਨਵੀਂ ਲੈਂਗੁਏਜਸ ਆਫਰ ਹੁੰਦੀਆਂ ਨੇ, ਬਹੁਤ ਅੱਛੀ ਗੱਲ ਹੈ, ਆਪਾਂ ਨੂੰ ਨਵੀਆਂ ਲੈਂਗੁਏਜਸ ਸਿੱਖਣੀਆਂ ਚਾਹੀਦੀਆਂ ਨੇ। ਪਰ ਜੇ ਤੁਹਾਡਾ ਏਮ ਹੈਗਾ ਵਾ ਪੰਜਾਬ ਸਿਵਲ ਸਰਵਿਸਿਜ਼, ਤਾਂ ਪੰਜਾਬੀ ਵੀ ਵਨ ਆਫ ਦੀ ਲੈਂਗੁਏਜ ਤੁਸੀਂ ਜ਼ਰੂਰ ਆਪਣੇ ਕੋਲ ਰੱਖੋ, ਤਾਂ ਹੀ ਤੁਸੀਂ ਇਹ ਐਗਜ਼ਾਮ ਦੇ ਵਾਸਤੇ ਐਲੀਜੀਬਲ ਹੋ ਸਕਦੇ ਹੋ। ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਉਮਰ ਦੀ, ਦੈਟ ਇਜ਼ ਦੀ ਏਜ ਲਿਮਿਟ। ਮਿਨੀਮਮ ਏਜ ਸਾਰਿਆਂ ਦੇ ਵਿੱਚ ਕਾਮਨ ਹੈ, ਦੈਟ ਇਜ਼ 21 ਈਅਰਸ। ਮੈਕਸਿਮਮ ਏਜ ਅਗਰ ਆਪਾਂ ਦੇਖੀਏ ਤਾਂ ਉਹ ਵੇਰੀ ਕਰ ਜਾਂਦੀ ਹੈ। ਜਨਰਲ ਦੇ ਸਟੂਡੈਂਟਸ ਵਾਸਤੇ ਮੈਕਸਿਮਮ ਏਜ ਹੈਗੀ ਹੈ 37, ਲੇਕਿਨ ਅਗਰ ਤੁਸੀਂ DSP ਜਾਂ ਡੈਪੂਟੀ ਸੁਪਰੀਡੈਂਡੈਂਟ ਆਫ ਜੇਲ੍ਹ ਦੇਖਣਾ ਵੇ ਤਾਂ ਇਹਨਾਂ ਦੀ ਮੈਕਸਿਮਮ ਏਜ ਸਿਰਫ 27 ਹੀ ਰਹਿ ਜਾਂਦੀ ਹੈ। ਠੀਕ ਹੈ ਜੀ। ਸੋ DSPs ਵਾਸਤੇ ਮੈਕਸਿਮਮ ਏਜ 27 ਹੀ ਹੈ। ਬਾਕੀ ਸਾਰੀ ਤੁਸੀਂ SDM ਹੋ ਗਿਆ, ਤਹਿਸੀਲਦਾਰ ਹੋ ਗਿਆ, ETO ਹੋ ਗਿਆ, ਉਹ 37 ਤੱਕ ਉਸ ਵਾਸਤੇ ਅਪਲਾਈ ਕਰ ਸਕਦੇ ਹੋ। ਬਾਕੀ ਇੱਥੇ ਡਿਫਰੈਂਟ ਕੈਟੇਗਰੀਜ਼ ਦੀਆਂ ਮਿਨੀਮਮ ਤੇ ਮੈਕਸਿਮਮ ਦਿੱਤੀਆਂ ਹੋਈਆਂ ਵੇ, ਤੁਸੀਂ ਜਿਹੜੀ ਵੀ ਕੈਟੇਗਰੀ ਦੇ ਵਿੱਚ ਫਾਲ ਕਰਦੇ ਹੋ ਉਹਦੇ ਅਕੋਰਡਿੰਗ ਆਪਣੀ ਮਿਨੀਮਮ ਤੇ ਮੈਕਸਿਮਮ ਏਜ ਦੇਖ ਸਕਦੇ ਹੋ। ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਅਟੈਂਪਟਸ ਦੇ ਬਾਰੇ, ਤਾਂ ਜਨਰਲ ਸਟੂਡੈਂਟਸ ਨੂੰ ਮੈਕਸਿਮਮ 6 ਅਟੈਂਪਟ ਮਿਲਦੇ ਆ ਐਗਜ਼ਾਮ ਕਲੀਅਰ ਕਰਨ ਵਾਸਤੇ, ਬੈਕਵਰਡ ਕਲਾਸ ਸਟੂਡੈਂਟਸ ਨੂੰ 9 ਮਿਲਦੇ ਆ, ਤੇ SC ਕੈਟੇਗਰੀ ਵਾਲਿਆਂ ਨੂੰ ਅਨਲਿਮਿਟਿਡ ਅਟੈਂਪਟਸ ਇਹਦੇ ਵਿੱਚ ਮਿਲਦੇ ਆ ਇਹ ਐਗਜ਼ਾਮੀਨੇਸ਼ਨ ਕਲੀਅਰ ਕਰਨ ਵਾਸਤੇ। ਹਾਂਜੀ, ਹੁਣ ਆਪਾਂ ਐਲੀਜੀਬਿਲਿਟੀ ਦੇਖ ਲਈ, ਪੋਸਟ ਦੇਖ ਲਈਆਂ, ਹੁਣ ਆਪਾਂ ਦੇਖਦੇ ਹਾਂ ਕਿ ਐਗਜ਼ਾਮ ਦਾ ਪੈਟਰਨ ਕਿੱਦਾਂ ਦਾ ਹੁੰਦਾ। ਇਹ ਐਗਜ਼ਾਮ ਦੇ ਵਿੱਚ ਕੀ ਚੀਜ਼ਾਂ ਪੁੱਛੀਆਂ ਜਾਂਦੀਆਂ ਨੇ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਆਪਾਂ ਆਨਸਰ ਕਰਨਾ ਵਾ। ਠੀਕ ਹੈ ਜੀ। ਤਾਂ ਇਹਦੇ ਵਿੱਚ 2 ਸਟੇजेस ਨੇ। ਪਹਿਲੀ ਸਟੇਜ ਆਪਣੇ ਕੋਲ ਹੈਗੀ ਹੈ ਇਹਦੇ ਵਿੱਚ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਦੀ, ਤੇ ਦੂਜੀ ਸਟੇਜ ਦੇ ਵਿੱਚ 2 ਪਾਰਟਸ ਨੇ, ਇੱਕ ਆਪਣੇ ਕੋਲ ਮੇਨਸ ਐਗਜ਼ਾਮ ਤੇ ਦੂਜਾ ਪਾਰਟ ਆ ਜਾਂਦਾ ਹੈ ਵਾਈਵਾ ਵੋਸ, ਜਾਂ ਜਿਹਨੂੰ ਆਪਾਂ ਇੰਟਰਵਿਊ ਵੀ ਕਹਿ ਦਿੰਦੇ ਆ। ਕਈ ਇਹਨੂੰ ਇੰਟਰਵਿਊ ਨੂੰ 3rd ਸਟੇਜ ਮੰਨ ਲੈਂਦੇ ਆ, ਪਰ ਐਕਚੁਅਲ 'ਚ ਇਹ ਦੋਨਾਂ ਦੇ ਕੰਬਾਈਨਡ ਨੰਬਰ ਦੇ ਬੇਸਿਸ ਤੇ ਤੁਹਾਡੀ ਫਾਈਨਲ ਰੈਂਕ ਆਉਂਦੀ ਹੈ। ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਪ੍ਰੀਲਿਮ ਐਗਜ਼ਾਮ ਹੁੰਦਾ, ਇਹਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ। ਜਿਹੜੇ ਬੱਚੇ ਪ੍ਰੀਲਿਮ 'ਚ ਸਿਲੈਕਟ ਹੁੰਦੇ ਆ ਉਹਨਾਂ ਨੂੰ ਮੇਨਸ ਲਿਖਣਾ ਹੁੰਦਾ ਵਾ, ਮੇਨਸ ਦੇ ਵਿੱਚ ਰਿਟਨ ਐਗਜ਼ਾਮ ਹੁੰਦਾ ਵਾ, ਤੇ ਉਸ ਤੋਂ ਬਾਅਦ ਫਾਈਨਲ ਇੰਟਰਵਿਊ ਹੁੰਦੀ ਹੈ। ਹੁਣ ਇਹਨਾਂ ਨੂੰ ਇੱਕ ਇੱਕ ਕਰਕੇ ਡੀਟੇਲ ਦੇ ਵਿੱਚ ਆਪਾਂ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ ਵਾ ਪ੍ਰੀਲਿਮ ਦਾ ਐਗਜ਼ਾਮੀਨੇਸ਼ਨ। ਪ੍ਰੀਲਿਮ ਦੇ ਐਗਜ਼ਾਮੀਨੇਸ਼ਨ ਦੇ ਵਿੱਚ ਤੁਹਾਡੇ 2 ਪੇਪਰ ਹੁੰਦੇ ਆ, ਪੇਪਰ 1 ਪੇਪਰ 2। ਪੇਪਰ 1 ਹੁੰਦਾ ਤੁਹਾਡਾ ਜਨਰਲ ਸਟੱਡੀਜ਼। ਹੁਣ ਇਹ ਕਹਿਣ 'ਚ ਜਨਰਲ ਸਟੱਡੀਜ਼ ਹੈ, ਪਰ ਇਹਦੇ ਵਿੱਚ ਦੁਨੀਆ ਦੇ ਸਾਰੇ ਸਬਜੈਕਟ ਸਮਾਏ ਹੋਏ ਨੇ। ਹਿਸਟਰੀ ਹੋ ਗਿਆ, ਜੋਗਰਾਫੀ ਹੋ ਗਿਆ। ਇਹ ਮੈਂ ਅੱਗੋਂ ਵੀਡੀਓਜ਼ ਬਣਾਉਂਗਾ ਸਿਲੇਬਸ ਦੇ ਉੱਤੇ, ਤਾਂ ਤੁਹਾਨੂੰ ਡੀਟੇਲ 'ਚ ਦੱਸੂਗਾ ਕਿ ਇਹ 'ਚ ਕਿਹੜੇ ਸਬਜੈਕਟਸ ਆਉਂਦੇ ਆ। ਪਰ ਜਿਹੜੇ ਵੀ ਸਬਜੈਕਟ ਤੁਸੀਂ ਸੋਚ ਸਕਦੇ ਹੋ, ਜਨਰਲੀ UPSC 'ਚ ਕਿਹਾ ਜਾਂਦਾ ਕਿ ਅੰਡਰ ਦ ਸਨ ਜੋ ਵੀ ਹੈ ਉਹ ਸਾਰਾ ਕੁਝ ਆਉਂਦਾ ਵਾ, ਇਸ ਲਈ ਜਨਰਲ ਸਟੱਡੀਜ਼ ਦੇ ਵਿੱਚ ਉਹ ਸਾਰੇ ਸਬਜੈਕਟਸ ਆਪਣੇ ਆ ਜਾਂਦੇ ਆ। ਦੂਜਾ ਪੇਪਰ ਇਹਦੇ ਵਿੱਚ ਆ ਜਾਂਦਾ CSAT ਦਾ, ਦੈਟ ਇਜ਼ ਸਿਵਲ ਸਰਵਿਸਿਜ਼ ਐਪਟੀਟਿਊਡ ਟੈਸਟ।
ਹੁਣ ਐਪਟੀट्यूड बेसिकली ਤੁਹਾਡੇ ਮੈਮਰੀ, ਤੁਹਾਡੇ ਮਾइंड, ਤੁਹਾਡੀ ਸ਼ਾਰਪਨੈਸ, ਇਹ ਸਾਰੀਆਂ ਚੀਜ਼ਾਂ ਚੈੱਕ ਕਰਨ ਵਾਸਤੇ ਹੁੰਦਾ ਹੈ। ਇਹਦਾ ਵੀ ਸਿਲੇਬਸ ਆਪਾਂ ਡੀਟੇਲ 'ਚ ਡਿਸਕਸ ਕਰਾਂਗੇ ਕਿ ਇੰਗਲਿਸ਼, ਮੈਥਸ, ਲੌਜੀਕਲ ਰੀਜ਼ਨਿੰਗ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ। 100 क्वेश्चन ਇਹਦੇ ਵਿੱਚ ਪੁੱਛਿਆ ਜਾਂਦਾ, 80 क्वेश्चन ਇਹਦੇ ਵਿੱਚ, 2 ਨੰਬਰ ਦਾ ਇਹਦੇ ਵਿੱਚ क्वेश्चन ਇੱਕ ਹੁੰਦਾ ਵਾ, ਦੋਨੋਂ 200-200 ਨੰਬਰ ਦੇ ਹੁੰਦੇ ਆ। ਇਹ ਕਿਉਂਕਿ 80 क्वेश्चन ਹੈ ਤਾਂ 2.5 ਨੰਬਰ ਦਾ क्वेश्चन ਹੁੰਦਾ ਵਾ। ਟੋਟਲ 400 ਨੰਬਰ ਦਾ ਜਿਹੜਾ ਵਾ ਇਹ ਪੇਪਰ ਹੁੰਦਾ ਵਾ ਤੇ 400 ਦੇ ਵਿੱਚੋਂ डिफरेंट कट ऑफ्स ਜਾਂਦੀਆਂ ਨੇ क्लीयर ਕਰਨ ਵਾਸਤੇ। ਜਿੱਦਾਂ ਮੈਂ ਇਸ ਸਾਲ ਦੀ ਤੁਹਾਨੂੰ ਦੱਸਾਂ ਤਾਂ 240 ਨੰਬਰ ਦੀ ਕਟ ਆਫ ਸੀ, ਤਾਂ ਜਿਹੜੇ ਵੀ ਬੱਚੇ ਦੇ 240 ਨੰਬਰ ਤੋਂ ਉੱਪਰ, ਇਹ ਮੈਂ ਜਨਰਲ ਦੀ ਗੱਲ ਕਰ ਰਿਹਾ ਵਾਂ, ਬਾਕੀ ਕੈਟਾਗਰੀਜ਼ ਦੀ ਤੇ ਬਾਕੀ ਸਾਰੀਆਂ ਜਗ੍ਹਾਵਾਂ ਦੀ ਅਲੱਗ-ਅਲੱਗ ਹੋ ਸਕਦੀ ਹੈ। ਤਾਂ ਜਿਹਦੇ ਵੀ 400 ਚੋਂ 240 ਤੋਂ ਉੱਪਰ ਨੰਬਰ ਸੀਗੇ ਉਹ ਬੱਚੇ ਦਾ ਪ੍ਰੀਲਿਮ ਕਲੀਅਰ ਮੰਨਿਆ ਗਿਆ ਵਾ। ਪਿਛਲੀ ਵਾਰ 292 ਕਟ ਆਫ ਸੀ, ਤਾਂ ਇਹ ਹਰ ਸਾਲ ਵੇਰੀ ਕਰਦੀ ਰਹਿੰਦੀ ਹੈ ਔਨ ਦ ਬੇਸਿਸ ਕਿ ਐਗਜ਼ਾਮ ਕਿੰਨਾ ਡਿਫਿਕਲਟ ਹੈ, ਬੱਚਿਆਂ ਦੇ ਕਿੰਨੇ ਨੰਬਰ ਬਣ ਰਹੇ ਐਟਸੈਕਟਰਾ। ਉਸ ਤੋਂ ਬਾਅਦ ਆਪਾਂ ਪ੍ਰੀਲਿਮ ਦੇ ਬਾਰੇ ਥੋੜਾ ਜਿਹਾ ਹੋਰ ਜੇ ਦੇਖੀਏ ਤਾਂ ਪ੍ਰੀਲਿਮ ਦਾ ਪੇਪਰ ਜਿਹੜਾ ਵਾ ਆਬਜੈਕਟਿਵ ਟਾਈਪ ਪੇਪਰ ਹੁੰਦਾ, MCQ ਹੁੰਦਾ, 4 ਆਪਸ਼ਨ ਹੁੰਦੇ, ਇੱਕ ਆਪਸ਼ਨ ਸਹੀ ਹੁੰਦੀ ਹੈ। ਇਹ 2 ਘੰਟੇ ਦਾ ਪੇਪਰ ਹੁੰਦਾ, 2 ਪੇਪਰ ਨੇ 2-2 ਘੰਟੇ ਦੇ, ਇੱਕੋ ਹੀ ਦਿਨ 2 ਸ਼ਿਫਟਾਂ ਦੇ ਵਿੱਚ 2-2 ਘੰਟੇ ਦੇ 2 ਪੇਪਰ ਹੁੰਦੇ ਹੈ। ਨੈਗੇਟਿਵ ਮਾਰਕਿੰਗ ਇਹਦੇ ਵਿੱਚ ਨਹੀਂ ਹੁੰਦੀ। ਤਾਂ ਸਭ ਤੋਂ ਵੱਡਾ ਇਹਦਾ ਐਡਵਾਂਟੇਜ ਇਹੀ ਹੈ ਕਿ ਤੁਸੀਂ ਸਾਰਾ ਦਾ ਸਾਰਾ ਪੇਪਰ ਅਟੈਂਪਟ ਕਰ ਸਕਦੇ ਹੋ। UPSC ਦੇ ਵਿੱਚ 1/3 ਨੈਗੇਟਿਵ ਹੁੰਦਾ, ਇਹਦੇ 'ਚ ਨੈਗੇਟਿਵ ਨਹੀਂ ਹੁੰਦਾ। ਤਾਂ ਤੁਸੀਂ ਕਹਿ ਸਕਦੇ ਹੋ ਕਿ ਕਈ ਵਾਰ ਤੁੱਕੇ ਵੀ ਚੱਲ ਜਾਂਦੇ ਹੈ। ਜਨਰਲੀ ਸਿਵਲ ਸਰਵਿਸਿਜ਼ ਦੇ ਪੇਪਰਾਂ ਦੇ ਵਿੱਚ ਨੌਲੇਜ ਦਾ ਬਹੁਤ ਵੱਡਾ ਰੋਲ ਹੈ, ਪਰ ਇਹਦੇ ਵਿੱਚ ਜਿਹੜਾ ਥੋੜਾ ਜਿਹਾ ਲੱਕ ਫੈਕਟਰ ਵੀ ਆ ਜਾਂਦਾ ਹੈ ਕਿਉਂਕਿ ਤੁਸੀਂ ਨੈਗੇਟਿਵ ਮਾਰਕਿੰਗ ਨਹੀਂ ਹੈ ਤਾਂ ਸਾਰੇ ਕੁਐਸਚਨ ਅਟੈਂਪਟ ਕਰਕੇ ਆ ਸਕਦੇ ਹੋ। ਪੇਪਰ 2 ਲੈਂਗੁਏजेस ਦੇ ਵਿੱਚ ਤੁਹਾਨੂੰ ਮਿਲਦਾ ਹੈ। ਕੁਐਸਚਨਸ ਜਿਹੜੇ ਆ ਇੰਗਲਿਸ਼ 'ਚ ਵੀ ਲਿਖੇ ਹੁੰਦੇ ਆ, ਪੰਜਾਬੀ 'ਚ ਵੀ ਲਿਖੇ ਹੁੰਦੇ ਆ, ਤੁਸੀਂ ਉਹ ਦੋਨੋਂ ਦੇਖ ਸਕਦੇ ਹੋ। ਤੇ ਪ੍ਰੀਲਿਮ ਐਗਜ਼ਾਮੀਨੇਸ਼ਨ ਅਗੇਨ ਆਈ ਐਮ ਟੈਲਿੰਗ, ਇਹ ਸਿਰਫ ਇੱਕ ਸਕਰੀਨਿੰਗ ਟੈਸਟ ਹੁੰਦਾ ਹੈ। मतलब ਇਹਦੇ ਨੰਬਰਾਂ ਦਾ ਕੋਈ ਵੀ ਰੈਲੇਵੈਂਸ ਨਹੀਂ ਹੈ। ਇਹ ਨਹੀਂ ਕਿ ਇਹ 'ਚ ਜੇ ਤੁਹਾਡੇ 400 ਚੋਂ 400 ਆ ਗਏ ਤਾਂ ਤੁਹਾਡੀ ਤਾਂ ਸਿਲੈਕਸ਼ਨ ਪੱਕੀ ਹੈ, ਨਹੀਂ। ਤੁਸੀਂ ਸਿਰਫ ਇਹ ਐਗਜ਼ਾਮ ਕਲੀਅਰ ਕਰਨ ਤੋਂ ਬਾਅਦ ਮੇਨਸ ਲਿਖਣ ਵਾਸਤੇ ਐਲੀਜੀਬਲ ਹੋ ਜਾਂਦੇ ਹੋ, ਹੋਰ ਇਹ ਪੇਪਰ ਦਾ ਕੋਈ ਵੀ ਇੰਪੋਰਟੈਂਸ ਨਹੀਂ ਹੈ, ਠੀਕ ਹੈ ਜੀ। ਇਹਦੇ ਮਾਰਕਸ ਫਾਈਨਲ ਮੈਰਿਟ ਲਿਸਟ ਦੇ ਵਿੱਚ ਨਹੀਂ ਕਾਊਂਟ ਕੀਤੇ ਜਾਂਦੇ। ਓਕੇ, ਪ੍ਰੀਲਿਮ ਪਹਿਲਾ ਸਟੈਪ ਆਪਾਂ ਕਲੀਅਰ ਕਰ ਲਿਆ। ਹੁਣ ਆਪਾਂ ਦੂਸਰੇ ਸਟੈਪ ਤੇ ਆ ਗਏ। ਦੂਸਰਾ ਸਟੈਪ ਹੈਗਾ ਆਪਣਾ ਮੇਨਸ ਐਗਜ਼ਾਮੀਨੇਸ਼ਨ ਦਾ। ਤਾਂ ਮੇਨਸ ਦੇ ਵਿੱਚ ਜਿੱਦਾਂ ਕਿ ਇੱਥੇ ਦਿੱਤਾ ਹੋਇਆ 7 ਸਬਜੈਕਟ ਨੇ ਤੇ 7 ਹੀ ਕੰਪਲਸਰੀ ਸਬਜੈਕਟਸ ਨੇ। UPSC 'ਚ ਜਿੱਦਾਂ ਇੰਗਲਿਸ਼ ਹਿੰਦੀ ਦਾ ਪੇਪਰ ਹੁੰਦਾ ਵਾ ਉਹ ਆਪਸ਼ਨਲ, ਮਤਲਬ ਉਹਦੇ ਨੰਬਰ ਨਹੀਂ ਜੁੜਦੇ, ਪਰ ਇਹਦੇ 'ਚ ਹਰ ਪੇਪਰ ਦੇ ਨੰਬਰ ਜੁੜਦੇ ਆ। ਇਹਦੇ ਵਿੱਚ ਆਪਣੇ ਕੋਲ ਪੰਜਾਬੀ ਦਾ ਕੰਪਲਸਰੀ ਪੇਪਰ ਹੁੰਦਾ, 100 ਨੰਬਰ ਦੇ ਇੰਗਲਿਸ਼ ਤੇ ਪੰਜਾਬੀ ਦੇ ਪੇਪਰ ਹੁੰਦੇ ਆ। ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਕੀ ਸਿਲੇਬਸ ਹੁੰਦਾ ਅਗਲੀ ਵੀਡੀਓਜ਼ ਦੇ ਵਿੱਚ। ਐਸੇ ਦਾ ਪੇਪਰ ਹੁੰਦਾ 150 ਨੰਬਰ ਦਾ ਤੇ 4 ਪੇਪਰ ਹੁੰਦੇ ਜਨਰਲ ਸਟੱਡੀਜ਼। ਅਗੇਨ ਜਦੋਂ ਇਹਨਾਂ ਨੂੰ ਕੁਝ ਸਪੈਸੀਫਿਕ ਸਬਜੈਕਟ ਨਹੀਂ ਮਿਲਦਾ ਤਾਂ ਇਹ ਜਨਰਲ ਸਟੱਡੀਜ਼ ਲਿਖ ਦਿੰਦੇ ਆ, ਪਰ ਇਹ ਜਨਰਲ ਸਟੱਡੀਜ਼ ਪੇਪਰ 1 'ਚ ਜਿੱਦਾਂ ਮੈਂ ਇੱਥੇ ਬ੍ਰੈਕਟ 'ਚ ਲਿਖਤਾ ਹੈ ਹਿਸਟਰੀ, ਜਿਓਗ੍ਰਾਫੀ, ਸੋਸਾਇਟੀ, ਇਹ ਜਨਰਲ ਸਟੱਡੀਜ਼ ਪੇਪਰ 1 ਦੇ ਵਿੱਚ ਹੁੰਦੀ ਹੈ। ਜਨਰਲ ਸਟੱਡੀਜ਼ ਪੇਪਰ 2 ਦੇ ਵਿੱਚ ਆਪਣੇ ਕੋਲ ਆ ਜਾਂਦੀ ਹੈ ਇੰਡੀਅਨ ਕਨਸਟੀਟਿਊਸ਼ਨ ਐਂਡ ਪੋਲਿਟੀ, ਗਵਰਨੈਂਸ ਐਂਡ ਇੰਟਰਨੈਸ਼ਨਲ ਰਿਲੇਸ਼ਨਸ। GS ਪੇਪਰ 3 ਦੇ ਵਿੱਚ ਆਪਣੇ ਕੋਲ ਆ ਜਾਂਦੀ ਹੈ ਇਕੋਨਮੀ, ਸਟੈਟਿਸਟਿਕਸ ਐਂਡ ਸਿਕਿਉਰਿਟੀ ਇਸ਼ੂਜ਼। ਤੇ GS ਪੇਪਰ 4 ਦੇ ਵਿੱਚ ਆਪਣੇ ਕੋਲ ਆ ਜਾਂਦੀ ਹੈ ਸਾਇੰਸ ਐਂਡ ਟੈਕਨੋਲੋਜੀ, ਐਨਵਾਇਰਨਮੈਂਟ, ਪ੍ਰੋਬਲਮ ਸੋਲਵਿੰਗ ਤੇ ਡਿਸੀਜਨ ਮੇਕਿੰਗ, ਠੀਕ ਹੈ। ਡਿਸੀਜਨ ਮੇਕਿੰਗ ਮਤਲਬ ਇਹ 'ਚ ਸਾਨੂੰ ਕੇਸ ਸਟੱਡੀਜ਼ ਦਿੱਤੀਆਂ ਜਾਂਦੀਆਂ ਕਿ ਜੇ ਤੁਸੀਂ ਕਿਸੇ ਜਗ੍ਹਾ ਦੇ ਮੇਅਰ ਹੋ, ਤੁਹਾਡੇ ਇਹ ਸਿਚੁਏਸ਼ਨ ਆ ਗਈ, ਤੁਸੀਂ ਕੀ ਕਰੋਗੇ, ਐਟਸੈਕਟਰਾ। ਬੇਸਿਕਲੀ ਉਹ ਦੇਖਦੇ ਆ ਕਿ ਤੁਸੀਂ ਕਿੰਨੇ ਕੁ ਮੈਚਿਓਰ ਹੋ, ਕਿੰਨੇ ਇਵੋਲਵਡ ਹੋ, ਕਿੰਨੇ ਐਥੀਕਲ ਹੋ, ਓਨੈਸਟ ਹੋ, ਠੀਕ ਹੈ। ਇਹ ਚਾਰੋਂ ਪੇਪਰ ਜਨਰਲ ਸਟੱਡੀਜ਼ ਦੇ 250-250 ਨੰਬਰ ਦੇ ਹੁੰਦੇ ਆ ਤੇ ਇਹ ਟੋਟਲ ਮਿਲਾ ਕੇ ਆਪਣਾ 1350 ਨੰਬਰ ਦਾ ਜਿਹੜਾ ਵਾ ਮੇਨਸ ਦਾ ਪੇਪਰ ਹੋ ਜਾਂਦਾ ਵਾ। ਤੇ ਉਸ ਤੋਂ ਬਾਅਦ ਫਾਈਨਲ 150 ਨੰਬਰ ਦਾ ਇੰਟਰਵਿਊ ਪਾ ਕੇ ਤੁਹਾਡੇ 1500 ਦੇ ਵਿੱਚੋਂ ਜਿਹੜੇ ਆ ਨੰਬਰ ਆਉਂਦੇ ਆ, ਠੀਕ ਹੈ ਜੀ। ਇਹਦੇ ਉੱਪਰ ਆਪਾਂ ਅੱਗੇ ਸਿਲੇਬਸ ਵੀਡੀਓਜ਼ ਦੇ ਵਿੱਚ ਡਿਸਕਸ ਵੀ ਕਰਾਂਗੇ ਕਿ ਹੋਰ ਇਹਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ। ਜੇ ਹੋਰ ਆਪਾਂ ਗੱਲ ਕਰ ਲਈਏ ਤਾਂ ਇਹ ਸਾਰੇ ਪੇਪਰ ਡਿਸਕ੍ਰਿਪਟਿਵ ਨੇਚਰ ਦੇ ਹੁੰਦੇ ਆ। ਪ੍ਰੀਲਿਮ ਜਿਹੜਾ ਸੀਗਾ ਆਬਜੈਕਟਿਵ ਸੀਗਾ, MCQ ਬੇਸ ਸੀਗਾ। ਇਹਦੇ 'ਚ ਤੁਹਾਨੂੰ ਬੈਠ ਕੇ ਆਨਸਰ ਲਿਖਣੇ ਪੈਣਗੇ। 10 ਨੰਬਰ 15 ਨੰਬਰ ਦੇ ਸਵਾਲ ਆਉਂਦੇ ਆ, ਐਸੇ ਵੱਡੇ ਆਉਂਦੇ ਆ, 2 ਐਸੇ ਲਿਖਣੇ ਹੁੰਦੇ ਆ ਤੇ ਉਹਦੇ ਬੇਸਿਸ ਤੋਂ ਤੁਹਾਨੂੰ ਜਿਹੜੇ ਆ ਨੰਬਰ ਮਿਲਦੇ ਆ। ਹਰ ਪੇਪਰ 3 ਘੰਟੇ ਦਾ ਪੇਪਰ ਹੁੰਦਾ ਵਾ, ਭਾਵੇਂ 150 ਨੰਬਰ ਦਾ ਹੋਵੇ, ਭਾਵੇਂ 250 ਨੰਬਰ ਦਾ। 3 ਘੰਟੇ ਤੁਹਾਨੂੰ ਮਿਲਦੇ ਆ ਪੇਪਰ ਸੋਲਵ ਕਰਨ ਵਾਸਤੇ। ਤੁਸੀਂ ਪੇਪਰ ਕਿਸੇ ਵੀ ਮੀਡੀਅਮ 'ਚ ਲਿਖ ਸਕਦੇ ਹੋ, ਇੰਗਲਿਸ਼ 'ਚ ਵੀ ਲਿਖ ਸਕਦੇ ਹੋ, ਪੰਜਾਬੀ 'ਚ ਵੀ ਲਿਖ ਸਕਦੇ ਹੋ। ਤੁਹਾਨੂੰ ਪਹਿਲਾਂ ਆਪਣੀ ਪ੍ਰੈਫਰੈਂਸ ਦੇਣੀ ਪੈਂਦੀ ਹੈ, ਪਰ ਕੁਐਸਚਨਸ ਦੋਨੋਂ 'ਚ ਹੀ ਛਪੇ ਹੁੰਦੇ ਆ। ਭਾਵੇਂ ਤੁਸੀਂ ਇੰਗਲਿਸ਼ 'ਚ ਵੀ ਪੇਪਰ ਦੇ ਰਹੇ ਹੋ, ਤੁਹਾਨੂੰ ਕੁਐਸਚਨ ਪੇਪਰ 'ਚ ਇੰਗਲਿਸ਼ ਤੇ ਪੰਜਾਬੀ ਦੋਨਾਂ 'ਚ ਹੀ ਕੁਐਸਚਨਸ ਛਪੇ ਹੋਏ ਮਿਲਣਗੇ। ਅਗੇਨ ਉਹੀ ਗੱਲ ਮੈਂ ਲਿਖੀ ਹੈ, ਪ੍ਰੀਲਿਮ ਪੇਪਰ ਸਿਰਫ ਇੱਕ ਸਕਰੀਨਿੰਗ ਟੈਸਟ ਹੈ, ਅਸਲੀ ਪੇਪਰ ਇਹ ਹੈ, ਤਾਂ ਹੀ ਇਹਦਾ ਨਾਮ ਹੈ ਮੇਨਸ ਐਗਜ਼ਾਮੀਨੇਸ਼ਨ। ਇਹ ਸਭ ਤੋਂ ਮੇਨ ਹੈ ਕਿਉਂਕਿ ਇਹਦੇ ਬੇਸਿਸ ਤੇ ਹੀ ਤੁਹਾਨੂੰ ਇੰਟਰਵਿਊ ਕਾਲ ਆਣੀ ਹੈ ਤੇ ਇਹਦੇ 'ਚ ਜੇ ਤੁਹਾਡੇ ਅੱਛੇ ਨੰਬਰ ਹੋਣਗੇ ਤਾਂ ਹੀ ਤੁਹਾਡੀ ਸਿਲੈਕਸ਼ਨ ਦੇ ਕਾਫੀ ਬ੍ਰਾਈਟ ਚਾਂਸਸ ਵੱਧ ਜਾਂਦੇ ਨੇ,
ਠੀਕ ਹੈ ਜੀ। ਇਹ 350 ਨੰਬਰਾਂ ਦੇ ਵਿੱਚ ਜਿਹਦੇ ਵੀ ਕੱਟ ਆਫ ਮੀਟ ਹੁੰਦੀ ਹੈ, ਉਹ ਜਿਹੜਾ ਬੱਚਾ ਵੈ ਅੱਗੇ ਜਾਂਦਾ ਵੈ, ਮੇਨਸ ਵਾਸਤੇ ਉਹਨੂੰ ਕਾਲ ਆਉਂਦੀ ਹੈ, ਇੰਟਰਵਿਊ ਵਾਸਤੇ ਉਹਨੂੰ ਕਾਲ ਆਉਂਦੀ ਹੈ। ਇੰਟਰਵਿਊ ਦੇ ਵਿੱਚ ਹੁਣ ਆਪਾਂ ਦੇਖ ਲੈਂਦੇ ਹਾਂ, ਇੰਟਰਵਿਊ ਸਿਰਫ ਉਹੀ ਬੱਚਿਆਂ ਦਾ ਹੁੰਦਾ ਵੈ ਜਿਨ੍ਹਾਂ ਦੇ ਮੇਨਸ ਦੀ ਕੱਟ ਆਫ ਕਲੀਅਰ ਹੋ ਰਹੀ ਹੁੰਦੀ ਹੈ। ਮੇਨਸ ਦੀ ਬੇਸਿਕ ਕੱਟ ਆਫ ਤਾਂ ਇਹ ਹੈ ਕਿ ਤੁਹਾਡੇ ਓਵਰਆਲ 40% ਨੰਬਰ ਹੋਣੇ ਚਾਹੀਦੇ ਹੈ, ਮਤਲਬ 1350 ਦਾ ਟੋਟਲ ਪੇਪਰ ਹੈ, ਉਹਦੇ ਹਿਸਾਬ ਨਾਲ 40% ਨੰਬਰ ਤੁਹਾਡੇ ਬਣ ਰਹੇ ਹੋਣੇ ਚਾਹੀਦੇ ਹੈ, ਤੇ ਹਰ ਪੇਪਰ 'ਚ ਘੱਟੋ ਘੱਟ 25% ਨੰਬਰ ਹੋਣੇ ਚਾਹੀਦੇ। ਇਹ ਨਹੀਂ ਕਿ ਇੰਗਲਿਸ਼ 'ਚ ਤੁਹਾਡੇ 100 'ਚੋਂ 10 ਨੰਬਰ ਆ ਗਏ ਪਰ ਬਾਕੀਆਂ 'ਚ 90% ਆ ਗਏ ਤਾਂ ਤੁਸੀਂ ਕਲੀਅਰ ਕਰ ਜਾਓਗੇ। ਇਹ ਮਿਨੀਮਮ ਕੱਟ ਆਫ ਤੁਹਾਨੂੰ ਮੀਟ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਕੰਪੀਟੀਸ਼ਨ ਦੇ ਹਿਸਾਬ ਨਾਲ ਟੌਪ ਜਿਹੜੇ ਬੱਚੇ ਨੇ ਉਹ ਬੁਲਾ ਲਿੱਤੇ ਜਾਂਦੇ ਨੇ। ਜਿੰਨੀਆਂ ਵੀ ਵੈਕੈਂਸੀਆਂ ਹੁੰਦੀਆਂ, ਜਿੱਦਾਂ ਇਸ ਵਾਰ 70-75 ਵੈਕੈਂਸੀਆਂ ਸੀਗੀਆਂ, ਉਸ ਤੋਂ 3 ਗੁਣਾ ਬੱਚੇ ਜਿਹੜੇ ਨੇ ਇੰਟਰਵਿਊ ਵਾਸਤੇ ਬੁਲਾਏ ਜਾਂਦੇ ਨੇ। ਜਿੱਦਾਂ ਇਸ ਵਾਰ ਅਪਰੋਕਸੀਮੇਟਲੀ 200 ਦੇ ਆਸ-ਪਾਸ ਬੱਚਾ ਇੰਟਰਵਿਊ ਵਾਸਤੇ ਬੁਲਾਇਆ ਗਿਆ ਸੀਗਾ। ਸੋ 3 ਟਾਈਮਸ ਜਿਹੜਾ ਵਾ ਕੈਂਡੀਡੇਟਸ ਬੁਲਾਏ ਜਾਂਦੇ ਆ। ਇੰਟਰਵਿਊ ਹੁੰਦਾ ਉਹਨਾਂ ਦਾ ਪਟਿਆਲੇ ਦੇ ਵਿੱਚ ਪੀਪੀਐਸਸੀ ਦੇ ਆਫਿਸ ਦੇ ਵਿੱਚ, ਪੂਰਾ ਪੀਪੀਐਸਸੀ ਦਾ ਪੈਨਲ ਬੈਠ ਕੇ ਇੰਟਰਵਿਊ ਲੈਂਦਾ ਹੈ। 10-15 ਲੋਕ ਹੁੰਦੇ ਆ, ਤੁਹਾਡੀ ਮੈਚਿਓਰਿਟੀ ਦੇਖਦੇ ਆ, ਤੁਹਾਡੀ ਪਰਸਨੈਲਿਟੀ ਦੇਖਦੇ ਆ। ਤੇ ਉਸ ਤੋਂ ਬਾਅਦ ਇੰਟਰਵਿਊ ਦੇ ਫਾਈਨਲੀ 150 ਨੰਬਰ ਦਾ, ਜਿੱਦਾਂ ਮੈਂ ਪਹਿਲਾਂ ਦੱਸਿਆ, ਇੰਟਰਵਿਊ ਹੁੰਦਾ ਵਾ। ਇਹਦੇ 'ਚੋਂ ਤੁਹਾਡੇ ਨੰਬਰ ਲੱਗਦੇ ਆ 150 ਪਲੱਸ 1350 ਦਾ ਮੇਨ ਟੋਟਲ ਨੰਬਰ ਮਿਲਾ ਕੇ ਜਿੰਨੇ ਵੀ ਤੁਹਾਡੇ ਨੰਬਰ ਆਉਂਦੇ ਆ 1500 ਚੋਂ, ਉਹਦੇ ਬੇਸਿਸ ਤੇ ਫਾਈਨਲ ਮੈਰਿਟ ਲਿਸਟ ਬਣਦੀ ਹੈ। ਉਹ ਫਾਈਨਲ ਮੈਰਿਟ ਲਿਸਟ ਦੇ ਹਿਸਾਬ ਨਾਲ ਰੈਂਕਸ ਆਉਂਦੀਆਂ ਨੇ ਤੇ ਉਹਦੇ ਬੇਸਿਸ ਤੇ ਤੁਹਾਨੂੰ ਪੋਸਟਸ ਆਫਰ ਕੀਤੀਆਂ ਜਾਂਦੀਆਂ ਨੇ। ਸੋ ਆਈ ਹੋਪ ਤੁਹਾਨੂੰ ਪੀਸੀਐਸ ਦੇ ਬਾਰੇ ਬੇਸਿਕ ਸਾਰੀਆਂ ਚੀਜ਼ਾਂ ਸਮਝ ਆ ਗਈਆਂ ਹੋਣਗੀਆਂ ਇਸ ਵੀਡੀਓ ਤੋਂ। ਹੋਰ ਅੱਗੇ ਮੈਂ ਤੁਹਾਨੂੰ ਡੀਟੇਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੱਸਦਾ ਰਹੂੰਗਾ ਵੀਡੀਓਜ਼ ਦੇ ਵਿੱਚ। ਤੁਸੀਂ EMCC ਦਾ ਚੈਨਲ ਜਿਹੜਾ ਵੈ ਸਬਸਕ੍ਰਾਈਬ ਕਰ ਸਕਦੇ ਹੋ ਬਾਕੀ ਸਾਰੀ ਅਗਲੀ ਵੀਡੀਓਜ਼ ਵਾਸਤੇ। ਥੈਂਕ ਯੂ ਸੋ ਮਚ। ਇਟ ਵਾਜ਼ ਨਾਈਸ ਸ਼ੇਅਰਿੰਗ ਮਾਈ ਐਕਸਪੀਰੀਅੰਸ ਵਿਦ ਯੂ। ਥੈਂਕ ਯੂ।